ਵੈਲਕਮ ਮਾਈ ਡੀਅਰ ਸਟੂਡੈਂਟਸ। ਅੱਜ ਆਪਾਂ ਬੇਟਾ ਤੁਹਾਡੀ 7th ਕਲਾਸ ਦੇ ਚੈਪਟਰ ਨੰਬਰ 11 ਪੈਰੀਮੀਟਰ ਐਂਡ ਏਰੀਆ ਪਰਿਮਾਪ ਅਤੇ ਖੇਤਰਫਲ ਇਸ ਚੈਪਟਰ ਨੂੰ ਸ਼ੁਰੂ ਕਰ ਰਹੇ ਹਾਂ। ਠੀਕ ਹੈ, ਕਿਉਂਕਿ ਬੇਟਾ ਇਹ ਤੁਹਾਡੇ ਸੈਕਿੰਡ ਟਰਮ ਦੇ ਵਿੱਚ ਆਏਗਾ, ਜਿਹੜਾ ਪੇਪਰ ਦੇ ਵਿੱਚ ਆਣਾ। ਹੁਣ ਸਭ ਤੋਂ ਪਹਿਲਾਂ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਪੈਰੀਮੀਟਰ ਕੀ ਹੈ, ਏਰੀਆ ਕੀ ਹੈ। ਤਾਂ ਥੋੜ੍ਹਾ ਜਿਹਾ ਆਪਾਂ 6ਵੀਂ ਦੇ ਵਿੱਚ ਵੀ ਸ਼ੁਰੂ ਕੀਤਾ ਸੀ ਹੈ ਨਾ। ਘੇਰਾ ਕੀ ਹੈ ਤੇ ਖੇਤਰਫਲ ਕੀ ਹੈ। ਘੇਰਾ, ਖੇਤਰਫਲ, ਪੈਰੀਮੀਟਰ, ਏਰੀਆ। ਤਾਂ ਘੇਰਾ ਤਾਂ ਹੁੰਦਾ ਬੇਟਾ, ਦੇਖੋ ਕਹਿੰਦੇ ਵੀ ਸਿੰਪਲ ਕਲੋਜ਼ਡ ਫਿਗਰ ਦੀ ਜਿਹੜੀ ਲੈਂਥ ਆਫ ਬਾਉਂਡਰੀ ਹੈ, ਮਤਲਬ ਜੇ ਆਪਾਂ ਇੱਕ ਵਰਗ ਲੈ ਰਹੇ ਹਾਂ ਤੇ ਉਹਦੀ ਜਿਹੜੀ ਇੱਕ ਭੁਜਾ ਹੈ ਉਹ 4 ਸੈਂਟੀਮੀਟਰ ਹੈ, ਤਾਂ ਉਹਦੀ ਸਾਰੀ ਬਾਉਂਡਰੀ ਦਾ ਜੋੜ ਕਰਨਾ। ਤਾਂ ਸਾਰੇ ਪਾਸਿਓਂ ਉਹ ਕਿੰਨੀ ਹੋਊਗੀ ਬੇਟਾ ਜੀ, 4 ਸੈਂਟੀਮੀਟਰ। ਤਾਂ ਫਿਰ ਇਸ ਦਾ ਘੇਰਾ, ਇਸ ਦਾ ਪੈਰੀਮੀਟਰ ਕਿੰਨਾ ਆਊਗਾ, ਸਾਰੀ ਆਲੇ ਦੁਆਲੇ ਵਾਲੀ ਬਾਉਂਡਰੀ ਦਾ ਜੋੜ 16 ਸੈਂਟੀਮੀਟਰ। ਤੇ ਉਹਨੇ ਕਿਹਾ ਕਿ ਇਹਦੇ ਯੂਨਿਟਸ ਕੀ ਹੁੰਦੇ ਨੇ, ਜੋ ਭੁਜਾ ਦੇ ਯੂਨਿਟ ਨੇ। ਸੈਂਟੀਮੀਟਰ ਹੈ ਤਾਂ ਆਪਾਂ ਵੀ ਨਾਲ ਸੈਂਟੀਮੀਟਰ ਲਗਾਉਣਾ, ਮੀਟਰ ਹੈ ਤਾਂ ਆਪਾਂ ਵੀ ਘੇਰੇ ਦੇ ਨਾਲ ਮੀਟਰ ਲਗਾਉਣਾ। ਠੀਕ ਹੈ, ਜੋ ਯੂਨਿਟ ਬੇਟਾ ਦਿੱਤੀ ਹੋਈ ਭੁਜਾਵਾਂ ਦੀ ਹੈ ਉਹੀ ਆਪਾਂ ਘੇਰੇ ਦੇ ਵਿੱਚ ਯੂਜ਼ ਕਰਨੀ ਹੈ। ਨੈਕਸਟ ਹੈਗਾ ਆਪਣੇ ਕੋਲੇ ਖੇਤਰਫਲ। ਖੇਤਰਫਲ ਕੀ ਹੁੰਦਾ ਹੈ, ਕਹਿੰਦੇ ਏਰੀਆ ਆਫ ਏ ਸਿੰਪਲ ਕਲੋਜ਼ਡ ਫਿਗਰ ਇਜ਼ ਦ ਮੈਜਰ ਆਫ ਦ ਸਰਫੇਸ ਐਨਕਲੋਜ਼ਡ ਇਨ ਇਟ। ਜਿਸਦਾ ਤੁਹਾਡੇ ਕੋਲ ਇੱਥੇ ਇੱਕ ਰਿਕਟੈਂਗਲ, ਇੱਕ ਆਇਤ ਬਣਿਆ ਹੋਇਆ, ਇਹਨੇ ਅੰਦਰ ਆਹ ਜਿੰਨਾ ਵੀ ਹਿੱਸਾ ਘੇਰਿਆ, ਠੀਕ ਹੈ, ਜਿੰਨਾ ਵੀ ਹਿੱਸਾ ਇਹਨੇ ਬੰਦ ਫਿਗਰ ਨੇ ਘੇਰ ਲਿਆ ਉਹਨੂੰ ਆਪਾਂ ਕੀ ਕਹਾਂਗੇ, ਉਸਦਾ ਖੇਤਰਫਲ, ਉਸਦਾ ਏਰੀਆ। ਠੀਕ ਹੈ ਜੀ, ਕਲੀਅਰ ਹੋ ਗਈ ਗੱਲ। ਤੇ ਜਦੋਂ ਬੇਟਾ ਏਰੀਆ ਕੱਢਣਾ ਆਪਾਂ ਨੇ, ਮੰਨ ਲਓ ਉਹੀ ਵਾਲੇ ਆਪਾਂ ਸਕੁਏਅਰ ਲੈ ਲਿਆ ਜਿਹਦੀ ਸਾਈਡ ਸੀਗੀ 4 ਸੈਂਟੀਮੀਟਰ, ਤਾਂ ਜਿੰਨਾ ਇਹਨੇ ਜਗ੍ਹਾ ਘੇਰੀ ਹੈ ਇਹ ਵਾਲੀ, ਇਹ ਕਿਸ ਤਰ੍ਹਾਂ ਪਤਾ ਲੱਗੂਗਾ, ਜਦੋਂ ਆਪਾਂ ਭੁਜਾ ਨੂੰ ਭੁਜਾ ਨਾਲ ਗੁਣਾ ਕਰ ਦਾਂਗੇ। ਚੌਕਮ ਚੌਕੀ 16। ਤਾਂ ਹੁਣ ਇਹਦੇ ਨਾਲ ਯੂਨਿਟ ਕਿਹੜੀ ਵਰਤਣੀ ਹੈ, ਸੈਂਟੀਮੀਟਰ ਦੀ ਗੁਣਾ ਸੈਂਟੀਮੀਟਰ ਨਾਲ ਹੋ ਰਹੀ ਹੈ, ਤਾਂ ਆਪਾਂ ਇਹਦੇ 'ਤੇ ਯੂਨਿਟ ਵਰਤਣੀ ਹੈ ਸੈਂਟੀਮੀਟਰ ਸਕੁਏਅਰ, ਜਾਂ ਆਪਾਂ ਇਹਨੂੰ ਲਿਖਦੇ ਹੁੰਦੇ ਹਾਂ 16 ਸਕੁਏਅਰ ਸੈਂਟੀਮੀਟਰ। ਪੰਜਾਬੀ 'ਚ ਲਿਖਦੇ ਹੁੰਦੇ ਹਾਂ 16 ਵਰਗ ਸਮ। ਠੀਕ ਹੈ ਜੀ, ਤਾਂ ਸੈਂਟੀਮੀਟਰ ਦੇ ਉੱਪਰ ਤੁਸੀਂ ਸਕੁਏਅਰ ਦੀ ਵੀ ਪਾਵਰ ਵੀ ਪਾ ਸਕਦੇ ਹੋ ਇੱਦਾਂ, ਅਤੇ ਨਾਲ ਵਰਗ ਸਮ ਜਾਂ ਸਕੁਏਅਰ ਸਮ ਵੀ ਲਿਖ ਸਕਦੇ ਹੋ। ਤਾਂ ਤੁਹਾਨੂੰ ਪੈਰੀਮੀਟਰ ਅਤੇ ਏਰੀਆ ਦਾ ਜਿਹੜੀ ਗੱਲ ਸੀ ਉਹ ਸਮਝ ਆ ਗਈ। ਹੁਣ ਇਹਨਾਂ ਦੇ ਫਾਰਮੂਲੇ ਯਾਦ ਨੇ ਬੇਟਾ ਸਾਰਿਆਂ ਨੂੰ। ਤਾਂ ਹੁਣ ਥੋੜ੍ਹੀ ਜਿਹੀ ਗੱਲ ਕਰ ਲਈ ਜਾਵੇ ਫਾਰਮੂਲਿਆਂ ਦੀ। ਸਭ ਤੋਂ ਪਹਿਲਾਂ ਆਪਾਂ ਫਿਗਰ ਲੈਂਦੇ ਹਾਂ ਵਰਗ, ਸਕੁਏਅਰ। ਕਿਹੜੀ ਫਿਗਰ ਹੈ ਇਹ, ਵਰਗ ਸਕੁਏਅਰ। ਤਾਂ ਜਦੋਂ ਇਸ ਦਾ ਪਰਿਮਾਪ, ਘੇਰਾ ਜਾਂ ਪੈਰੀਮੀਟਰ ਪਤਾ ਕਰਨਾ ਹੈ ਤਾਂ ਉਹਦਾ ਮਤਲਬ ਹੁੰਦਾ ਹੈ ਸਾਰੀਆਂ ਸਾਈਡਾਂ ਦਾ ਜੋੜ। ਐਸ ਸਾਈਡ ਹੈ, 4 ਸਾਈਡਾਂ ਨੇ, ਤਾਂ ਆਪਾਂ ਫਾਰਮੂਲਾ ਬਣਾ ਲਾਂਗੇ 4 ਗੁਣਾ ਭੁਜਾ। 4 ਵਾਰੀ ਸਾਈਡ ਜੋੜਨ ਨਾਲੋਂ ਜਿਵੇਂ ਆਪਾਂ ਸਾਈਡ ਪਲੱਸ ਸਾਈਡ ਪਲੱਸ ਸਾਈਡ ਪਲੱਸ ਸਾਈਡ ਕਰਾਂਗੇ, ਕਿਉਂਕਿ ਸਾਰੀਆਂ ਸੇਮ ਨੇ, ਤਾਂ ਇਹਨੂੰ ਬੇਟਾ ਬੈਟਰ ਢੰਗ ਨਾਲ ਆਪਾਂ ਕਿਵੇਂ ਲਿਖ ਸਕਦੇ ਹਾਂ, 4 ਗੁਣਾ ਐਸ। ਤਾਂ ਆਪਣਾ ਫਾਰਮੂਲਾ ਬਣ ਗਿਆ 4 ਮਲਟੀਪਲਾਈ ਸਾਈਡ, 4 ਗੁਣਾ ਭੁਜਾ। ਦੂਜੀ ਫਿਗਰ ਹੈ ਆਪਣੇ ਕੋਲੇ ਆਇਤ, ਉਹਦੇ ਵਿੱਚ ਹੁੰਦੀ ਹੈ ਲੰਬਾਈ ਤੇ ਚੌੜਾਈ। ਜਦੋਂ ਆਪਾਂ ਉਸਦਾ ਪੈਰੀਮੀਟਰ ਪਤਾ ਕਰਨਾ ਹੈ ਰਿਕਟੈਂਗਲ ਦਾ, ਤਾਂ 2 ਵਾਰੀ ਤਾਂ ਬੇਟਾ ਦੇਖੋ ਲੈਂਥ ਜੁੜੀ ਹੈ ਤੇ 2 ਵਾਰੀ ਆਪਣੇ ਕੋਲੇ ਬ੍ਰੈਡਥ ਜੁੜੀ ਹੈ। ਜਦੋਂ ਆਪਾਂ ਇਸ ਦੀ ਬਾਉਂਡਰੀ 'ਤੇ ਘੁੰਮਦੇ ਹਾਂ ਤਾਂ 2 ਵਾਰੀ ਲੈਂਥ ਆਉਂਦੀ ਹੈ, 2 ਵਾਰੀ ਬ੍ਰੈਡਥ ਆਉਂਦੀ ਹੈ। ਤਾਂ ਇਹਦਾ ਫਾਰਮੂਲਾ ਬਣ ਜੂਗਾ 2 ਗੁਣਾ ਲੈਂਥ ਪਲੱਸ ਬ੍ਰੈਡਥ, 2 ਗੁਣਾ ਲੰਬਾਈ ਜੋੜ ਚੌੜਾਈ। ਇੰਟਰੋਡਕਸ਼ਨ ਜਿਹੜੀ ਹੈ ਵੀਡੀਓ ਦੀ, ਇਹਨੂੰ ਚੰਗੀ ਤਰ੍ਹਾਂ ਸੁਣ ਲਓ ਤਾਂ ਕਿ ਆਪਾਂ ਨੂੰ ਸਵਾਲ ਅੱਗੇ ਹੱਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ ਬੇਟਾ, ਇੰਨਾ ਸਮਝ ਆ ਗਿਆ। ਇਹ ਸੀਗੇ ਤੁਹਾਡੇ ਵਰਗ ਤੇ ਆਇਤ ਦੇ ਘੇਰਿਆਂ ਦੇ ਫਾਰਮੂਲੇ, ਪੈਰੀਮੀਟਰਾਂ ਦੇ ਫਾਰਮੂਲੇ। ਠੀਕ ਹੈ ਜੀ, ਹੁਣ ਆਪਾਂ ਐਕਸਰਸਾਈਜ਼ ਸ਼ੁਰੂ ਕਰਦੇ ਹਾਂ। ਹਾਂਜੀ ਬੇਟਾ, ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾਲ ਦੀ ਨਾਲ ਇਹਨਾਂ ਦੇ ਖੇਤਰਫਲਾਂ ਦੇ ਫਾਰਮੂਲੇ ਵੀ ਜਾਣ ਲੈਂਦੇ ਹਾਂ। ਜੇ ਬੇਟਾ ਉਹ ਵਰਗ ਹੈ ਤੇ ਉਹਦੀ ਇੱਕ ਭੁਜਾ ਹੈਗੀ ਹੈ ਐਸ, ਤਾਂ ਸਾਰੀਆਂ ਹੀ ਭੁਜਾਵਾਂ ਕਿੰਨੀਆਂ ਹੋਣਗੀਆਂ, ਐਸ।
ਤੇ ਵਰਗ ਦਾ ਖੇਤਰਫਲ ਯਾਨੀ ਕਿ ਏਰੀਆ ਆਫ ਸਕੇਅਰ ਇਹ ਹੋ ਜਾਊਗਾ ਸਾਈਡ ਮਲਟੀਪਲਾਈ ਬਾਏ ਸਾਈਡ, ਭੁਜਾ ਗੁਣਾ ਭੁਜਾ। ਤੇ ਜੇ ਬੇਟਾ ਆਪਾਂ ਆਇਤ ਦਾ ਖੇਤਰਫਲ ਕੱਢਦੇ ਹਾਂ, ਇਹਦੀ ਲੰਬਾਈ ਤੇ ਚੌੜਾਈ ਹੁੰਦੀ ਹੈ, ਤਾਂ ਇਹਦਾ ਖੇਤਰਫਲ ਹੋ ਜਾਊਗਾ ਆਇਤ ਦਾ ਖੇਤਰਫਲ ਬਰਾਬਰ ਹੈ ਲੰਬਾਈ ਗੁਣਾ ਚੌੜਾਈ। ਠੀਕ ਹੈ, ਲੰਬਾਈ। ਤੇ ਇਹਦੇ ਵਿੱਚ ਆਪਾਂ ਜੇ ਇੰਗਲਿਸ਼ 'ਚ ਲਿਖਾਂਗੇ ਤਾਂ L ਮਲਟੀਪਲਾਈ ਬਾਏ B, L ਗੁਣਾ B। ਛੋਟੇ ਵੀ ਅੱਖਰ ਲਿਖ ਸਕਦੇ ਹੋ, ਵੱਡੇ ਵੀ ਲਿਖ ਸਕਦੇ ਹੋ। ਠੀਕ ਹੈ, ਤਾਂ ਲੰਬਾਈ ਗੁਣਾ ਚੌੜਾਈ ਹੋ ਗਿਆ ਤੁਹਾਡਾ ਆਇਤ ਦਾ ਖੇਤਰਫਲ। ਹਾਂਜੀ ਬੇਟਾ, ਐਕਸਰਸਾਈਜ਼ 11.1 ਸ਼ੁਰੂ ਕਰਨ ਲੱਗੇ ਹਾਂ। ਪਹਿਲਾ ਕੁਐਸਚਨ ਹੈ ਫਾਈਂਡ ਦਾ ਪੈਰੀਮੀਟਰ ਐਂਡ ਏਰੀਆ ਆਫ ਏ ਰੈਕਟੈਂਗਲ ਹੈਵਿੰਗ ਲੈਂਥ ਐਂਡ ਬ੍ਰੈਡਥ ਗਿਵਨ ਹੈ। ਮਤਲਬ ਤੁਸੀਂ ਕਹਿੰਦੇ ਉਸ ਆਇਤ ਦਾ ਪਰਿਮਾਪ ਅਤੇ ਖੇਤਰਫਲ ਪਤਾ ਕਰੋ ਜਿਸ ਦੀ ਲੰਬਾਈ ਅਤੇ ਚੌੜਾਈ ਦਿੱਤੀ ਹੋਈ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਫਸਟ ਪਾਰਟ ਕਰਦੇ ਹਾਂ। ਲੈਂਥ ਵੀ ਗਿਵਨ ਹੈ, ਬ੍ਰੈਡਥ ਵੀ ਗਿਵਨ ਹੈ। ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰਨਾ ਹੈ ਕਿ ਇਹਨਾਂ ਦੀ ਜਿਹੜੀ ਇਹ ਯੂਨਿਟ ਹੈ ਇਹ ਦੋਨਾਂ 'ਚ ਸੇਮ ਹੈ। ਜੇ ਅਲੱਗ-ਅਲੱਗ ਹੈ ਤਾਂ ਪਹਿਲਾਂ ਇਹ ਸੇਮ ਕਰਨੀਆਂ ਪੈਣਗੀਆਂ। ਤਾਂ ਸ਼ੁਰੂ ਕਰਦੇ ਹਾਂ ਬੇਟਾ। ਆਇਤ, ਪਹਿਲਾ ਸਮ ਹੈ ਆਇਤ ਦਾ ਪਰਿਮਾਪ, ਇੰਗਲਿਸ਼ ਤੁਸੀਂ ਲਿਖੋਗੇ ਪੈਰੀਮੀਟਰ ਆਫ ਰੈਕਟੈਂਗਲ। ਪਹਿਲਾਂ ਫਾਰਮੂਲਾ ਲਿਖਣਾ ਜ਼ਰੂਰੀ ਹੈ। ਠੀਕ ਹੈ, ਹਮੇਸ਼ਾ ਪਹਿਲਾਂ ਫਾਰਮੂਲਾ ਲਿਖੋ ਫਿਰ ਉਹਨੂੰ ਹੱਲ ਕਰੋ। 2 ਮਲਟੀਪਲਾਈ ਲੈਂਥ ਕਿੰਨੀ ਹੈ 28 ਸੈਂਟੀਮੀਟਰ, ਬ੍ਰੈਡਥ ਕਿੰਨੀ ਹੈ 15 ਸੈਂਟੀਮੀਟਰ। ਜੋ ਵੀ ਆਨਸਰ ਆਊਗਾ ਉਹਦੇ ਨਾਲ ਜਿਹੜੀ ਯੂਨਿਟ ਲਗਾਣੀ ਉਹ ਵੀ ਕੀ ਹੋਊਗੀ ਸੈਂਟੀਮੀਟਰ। ਠੀਕ ਹੈ ਬੇਟਾ, ਇੰਨੀ ਗੱਲ ਕਲੀਅਰ ਹੋਈ। ਤਾਂ ਸਭ ਤੋਂ ਪਹਿਲਾਂ ਦੁਬਾਰਾ ਧਿਆਨ ਦਿਓ, ਤੁਸੀਂ ਰਕਮ ਦੇਖਣੀ ਹੈ। ਪਹਿਲਾ ਕੰਮ ਹੈ ਕਿ ਤੁਸੀਂ ਉਹਦੀਆਂ ਯੂਨਿਟਸ ਦੇਖੋ ਕਿ ਸੇਮ ਨੇ। ਜੇ ਸੇਮ ਨੇ ਤਾਂ ਫਿਰ ਫਟਾਫਟ ਆਪਣਾ ਫਾਰਮੂਲਾ ਲਿਖੋ, ਵੈਲਿਊ ਭਰੋ ਅਤੇ ਉਹਨੂੰ ਸੋਲਵ ਕਰ ਲਓ। ਤਾਂ ਪਹਿਲਾਂ ਹੁਣ 28 ਦੇ ਵਿੱਚ 15 ਜੋੜੋ ਜੀ। 28 ਦੇ ਵਿੱਚ ਤੁਸੀਂ 15 ਜੋੜੋਗੇ ਬੇਟਾ, ਇਹ ਆ ਜਾਊਗਾ 8 5 13 ਹਾਸਲ 1 2 3 4 43। ਹੁਣ 43 ਨੂੰ ਆਪਾਂ ਕਰਨਾ ਹੈ 2 ਦੇ ਨਾਲ ਗੁਣਾ, 3 ਦੂਣੀ 6 4 ਦੂਣੀ 8। ਇਹਦਾ ਆਨਸਰ ਆ ਜਾਊਗਾ 86 ਸੈਂਟੀਮੀਟਰ। ਕਲੀਅਰ ਹੋ ਗਿਆ ਬੇਟਾ ਪਹਿਲਾ ਕੁਐਸਚਨ, ਪਹਿਲੇ ਦਾ ਪਹਿਲਾ ਪਾਰਟ। ਠੀਕ ਹੈ, ਕਿਉਂਕਿ ਆਇਤ ਤੇ ਆਇਤ ਦਾ ਘੇਰਾ ਤੇ ਖੇਤਰਫਲ ਦੋਨੋਂ ਹੀ ਕੱਢਣੇ ਨੇ ਆਪਾਂ। ਇਹ ਹਲੇ ਪਹਿਲੇ ਦਾ ਪਹਿਲਾ ਪਾਰਟ ਹੋਇਆ। ਹੁਣ ਹੈਗਾ ਇਹਦਾ ਦੂਜਾ ਪਾਰਟ, ਆਪਾਂ ਕੱਢਣਾ ਆਇਤ ਦਾ ਖੇਤਰਫਲ। ਏਰੀਆ ਆਫ ਰੈਕਟੈਂਗਲ। ਇਹ ਹਲੇ ਪਹਿਲਾ ਹੀ ਪਾਰਟ ਚੱਲ ਰਿਹਾ। ਠੀਕ ਹੈ, ਪਹਿਲੇ ਦਾ ਪਹਿਲਾ ਪਾਰਟ। ਤਾਂ ਖੇਤਰਫਲ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਤਾਂ 28 ਨੂੰ ਆਪਾਂ 15 ਦੇ ਨਾਲ ਗੁਣਾ ਕਰਨਾ ਹੈ। ਯੂਨਿਟ ਕਿਹੜੀ ਆ ਜਾਊਗੀ ਸੈਂਟੀਮੀਟਰ ਦੇ ਉੱਪਰ ਸਕੁਅਰ ਲਿਖਣਾ। ਹਾਂਜੀ, 28 ਨੂੰ 15 ਦੇ ਨਾਲ ਗੁਣਾ ਕਰੋ। 8 5 40 ਹਸਲ ਆਏ 4, 5 ਦੂਣੀ 10, 10 'ਚ 4 ਜੋੜਾਂਗੇ 14, 1 8 8 1 ਦੂਣੀ ਦੂਣੀ। ਤਾਂ ਇਹ ਕਿੰਨਾ ਆ ਗਿਆ ਆਪਣੇ ਕੋਲੇ 420। ਤਾਂ ਇਹਦਾ ਆਨਸਰ ਆਊਗਾ 420 ਸੈਂਟੀਮੀਟਰ ਸਕੁਅਰ। ਤਾਂ ਇਹਦੇ ਨਾਲ ਬੇਟਾ ਆਪਣਾ ਪਹਿਲੇ ਦਾ ਪਹਿਲਾ ਪਾਰਟ ਹੈ ਜਿਹੜਾ ਉਹ ਕੰਪਲੀਟ ਹੋ ਗਿਆ। ਠੀਕ ਹੈ ਜੀ, ਸਮਝ ਆ ਗਿਆ। ਹੁਣ ਨੈਕਸਟ ਕੁਐਸਚਨ ਦੇਖਦੇ ਹਾਂ। ਸੈਕਿੰਡ ਪਾਰਟ ਕਰਨਾ ਆਪਾਂ ਇਹਦਾ। ਸੈਕਿੰਡ ਪਾਰਟ ਦੇ ਵਿੱਚ ਦੇਖੋ ਲੈਂਥ ਤੇ ਬ੍ਰੈਡਥ, ਲੰਬਾਈ ਤੇ ਚੌੜਾਈ ਦੋਨੋਂ ਪੁਆਇੰਟਾਂ 'ਚ ਨੇ ਪਰ ਉਹਨਾਂ ਦੀ ਯੂਨਿਟ ਕੀ ਹੈ ਸੇਮ ਹੈ। ਸ਼ੁਰੂ ਕਰੋ ਫਿਰ ਇਹਨੂੰ ਸਮ ਨੂੰ ਕਰਨਾ। ਸਭ ਤੋਂ ਪਹਿਲਾਂ ਆਪਾਂ ਕੀ ਕੱਢਣਾ ਹੈ ਪੈਰੀਮੀਟਰ ਯਾਨੀ ਕਿ ਪਰਿਮਾਪ। ਫਾਰਮੂਲਾ 2 ਗੁਣਾ ਲੰਬਾਈ ਜੋੜ ਚੌੜਾਈ, 2 ਗੁਣਾ 9.4 ਪਲੱਸ 2.5। ਤਾਂ ਪੁਆਇੰਟ ਦੇ ਨੀਚੇ ਪੁਆਇੰਟ ਰੱਖ ਕੇ ਜੋੜ ਲਓ। 9.4 ਦੇ ਵਿੱਚ 2.5 ਜੋੜਾਂਗੇ ਆ ਜਾਊਗਾ 11.9। ਤਾਂ ਕਿੰਨਾ ਬਣ ਗਿਆ 2 ਗੁਣਾ 11.9। ਹੁਣ 11.9 ਨੂੰ 2 ਨਾਲ ਗੁਣਾ ਕਰ ਲਓ। 9 ਦੂਣੀ 18 ਹਸਲ 1, 2 ਏਕਮ 2, 2 'ਚ 1 ਜੋੜੇ 3, ਫਿਰ 2 ਏਕਮ 2। ਆਪਣੇ ਕੋਲ ਪੁਆਇੰਟ ਕਿੰਨੇ ਅੱਖਰਾਂ ਬਾਅਦ ਹੈ 1 ਬਾਅਦ, ਤਾਂ ਉੱਤਰ 'ਚ ਵੀ 1 ਅੱਖਰ ਬਾਅਦ ਪੁਆਇੰਟ ਹੋਊਗਾ। ਇਹਦਾ ਆਨਸਰ ਆਊਗਾ 23.8 ਸੈਂਟੀਮੀਟਰ।
ਯੂਨਿਟ ਪਰਿਮਾਪ ਦੇ ਵਿੱਚ ਲਾ ਕਿਹੜੀ ਲਾਉਣੀ ਹੁੰਦੀ ਹੈ, ਜਿਹੜੀ ਭੁਜਾ ਦੇ ਨਾਲ ਲੱਗੀ ਹੋਈ ਹੈ। ਠੀਕ ਹੈ, ਹੁਣ ਆਪਾਂ ਬੇਟਾ ਇਹਦਾ ਕੀ ਫਾਈਂਡ ਕਰਨਾ ਹੈ, ਏਰੀਆ। ਖੇਤਰਫਲ ਫਾਰਮੂਲਾ ਕੀ ਹੁੰਦਾ ਹੈ, ਲੰਬਾਈ ਗੁਣਾ ਚੌੜਾਈ। ਤਾਂ ਲੰਬਾਈ ਕਿੰਨੀ ਹੈ 9.4, ਚੌੜਾਈ ਕਿੰਨੀ ਹੈ 2.5, ਯੂਨਿਟ ਕਿਹੜੀ ਆਊਗੀ ਸੈਂਟੀਮੀਟਰ ਦਾ ਸਕੁਅਰ। ਚਲੋ ਜੀ ਗੁਣਾ ਕਰੋ ਫਿਰ ਇਹਨੂੰ ਪਹਿਲਾਂ, 94 ਨੂੰ 25 ਨਾਲ, 5 ਚੌਕਾ 20 ਹਸਲ 2, 9 5 45 ਤੇ 2 47, 4 ਦੂਣੀ 8 ਤੇ 9 ਦੂਣੀ 18, ਇਹਨਾਂ ਨੂੰ ਜੋੜ ਲਓ 0, 8 ਤੇ 7 ਹੋ ਗਏ 15 ਹਸਲ 1, 8 ਤੇ 5 ਹੋ ਗਏ 13 ਹਸਲ 1 23। ਤਾਂ ਇੱਥੇ ਦੇਖੋ ਬੇਟਾ ਆਪਣੇ ਕੋਲੇ ਜਿਹੜਾ ਡੈਸੀਮਲ ਹੈ ਉਹ 2 ਅੱਖਰਾਂ ਤੋਂ ਬਾਅਦ ਹੈ, ਤਾਂ ਆਪਾਂ ਵੀ ਜਿਹੜਾ ਪੁਆਇੰਟ ਹੈ ਉਹ ਇਕਾਈ ਕੰਨੀਓ ਗਿਣ ਕੇ 2 ਅੱਖਰਾਂ ਬਾਅਦ ਪਾਵਾਂਗੇ, ਤਾਂ ਇਹ ਆ ਜਾਊਗਾ 23.50 ਸੈਂਟੀਮੀਟਰ ਸਕੁਅਰ। ਠੀਕ ਹੈ ਬੇਟਾ, ਦੇਖੋ ਸਮਝ ਆ ਗਿਆ ਪਹਿਲੇ ਦਾ। ਦੂਜਾ ਸਵਾਲ, ਏਰੀਆ ਵੀ ਕੱਢਤਾ ਆਪਾਂ ਤੇ ਪੈਰੀਮੀਟਰ ਵੀ, ਪਰਿਮਾਪ ਵੀ ਤੇ ਖੇਤਰਫਲ ਵੀ, ਦੋਨੋਂ ਪਤਾ ਕਰਤੇ। ਠੀਕ ਹੈ ਬੇਟਾ, ਅਗਲਾ ਸਮ ਕਰਦੇ ਹਾਂ। ਹਾਂਜੀ, ਦੂਜੇ ਸਮ ਦੇ ਵਿੱਚ ਹੈ ਫਾਈਂਡ ਦਾ ਪੈਰੀਮੀਟਰ ਐਂਡ ਏਰੀਆ ਆਫ ਏ ਸਕੁਅਰ। ਤਾਂ ਆਪਾਂ ਵਰਗ ਦਾ ਘੇਰਾ ਤੇ ਖੇਤਰਫਲ ਪਤਾ ਕਰਨਾ ਹੈ। ਹੁਣ ਜਿਹੜਾ ਵਰਗ ਦੇ ਵੀ ਤੁਹਾਨੂੰ ਫਾਰਮੂਲੇ ਯਾਦ ਹੋ ਗਏ ਨਾ, ਚਲੋ ਫਿਰ ਸ਼ੁਰੂ ਕਰੋ। ਦੇਖੋ ਪਹਿਲਾ ਸਵਾਲ ਹੈ 29 ਸੈਂਟੀਮੀਟਰ ਭੁਜਾ ਦਿੱਤੀ ਹੋਈ ਹੈ, ਦੂਜੇ ਦਾ ਪਹਿਲਾ ਭਾਗ, ਪਹਿਲਾਂ ਤੁਸੀਂ ਲਿਖ ਲਓ ਕੀ ਦਿੱਤਾ ਹੋਇਆ ਸਾਈਡ 29 ਸੈਂਟੀਮੀਟਰ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਪਤਾ ਕਰਦੇ ਹਾਂ ਘੇਰਾ, ਪਰਿਮਾਪ, ਪੈਰੀਮੀਟਰ। ਤਾਂ ਜਿਹੜਾ ਪੈਰੀਮੀਟਰ ਆਫ ਸਕੁਅਰ ਹੁੰਦਾ ਉਹਦਾ ਫਾਰਮੂਲਾ ਕੀ ਹੁੰਦਾ, 4 ਗੁਣਾ ਭੁਜਾ 4 ਗੁਣਾ ਸਾਈਡ। ਤਾਂ 4 ਗੁਣਾ 29 ਨਾਲ ਕੀ ਆਊਗਾ ਸੈਂਟੀਮੀਟਰ। ਤਾਂ 29 ਨੂੰ 4 ਨਾਲ ਗੁਣਾ ਕਰ ਲਓ ਬੇਟਾ, 9 ਚੌਕਾ 36 ਹਸਲ ਆਏ 3, 4 ਦੂਣੀ 8, 8 'ਚ 3 ਜੋੜਾਂਗੇ 11, ਤਾਂ ਇਹ ਆ ਜਾਊਗਾ 116 ਸੈਂਟੀਮੀਟਰ। ਠੀਕ ਹੈ, ਹੁਣ ਉਹਨੇ ਕੀ ਕਿਹਾ ਵੀ ਏਰੀਆ ਵੀ ਕੱਢਣਾ ਇਹਦਾ ਨਾਲ। ਬੇਟੇ ਐਂ ਵੀ ਲਿਖ ਲਿਆ ਕਰੋ, ਮੇਰੇ ਕੋਲ ਸਕਰੀਨ ਛੋਟੀ ਹੁੰਦੀ ਹੈ ਮੈਂ ਤਾਂ ਨਹੀਂ ਲਿਖ ਰਹੀ, ਏਰੀਆ ਆਫ ਸਕੁਅਰ, ਪੈਰੀਮੀਟਰ ਆਫ ਸਕੁਅਰ। ਠੀਕ ਹੈ ਜੀ, ਐਂ ਵੀ ਲਿਖ ਲਿਓ। ਤਾਂ ਏਰੀਆ ਕੀ ਹੁੰਦਾ, ਸਾਈਡ ਮਲਟੀਪਲਾਈ ਬਾਏ ਸਾਈਡ। 29 ਦੀ ਗੁਣਾ 29 ਨਾਲ ਹੀ ਕਰਨੀ ਹੈ, ਤੇ ਯੂਨਿਟ ਕਿਹੜੀ ਲਾਣੀ ਹੈ ਸੈਂਟੀਮੀਟਰ ਦਾ ਸਕੁਅਰ। ਜਦੋਂ ਬੱਚੇ ਤੁਸੀਂ 29 ਨੂੰ 29 ਨਾਲ ਗੁਣਾ ਕਰੋਗੇ ਤਾਂ ਉਹ ਆ ਜਾਊਗਾ ਆਪਣੇ ਕੋਲ ਆਨਸਰ 841 ਸੈਂਟੀਮੀਟਰ ਸਕੁਅਰ। ਠੀਕ ਹੈ ਜੀ, ਦੂਜੇ ਦਾ ਪਹਿਲਾ ਸਵਾਲ ਸਮਝ ਆ ਗਿਆ, ਏਰੀਆ ਵੀ ਕੱਢਤਾ ਪੈਰੀਮੀਟਰ ਵੀ ਕੱਢਤਾ। ਠੀਕ ਹੈ ਬੇਟਾ, ਨੈਕਸਟ ਕਰਦੇ ਹਾਂ ਦੂਸਰਾ ਪਾਰਟ। ਉਹਦੇ ਵਿੱਚ ਭੁਜਾ ਕਿੰਨੀ ਦਿੱਤੀ ਹੋਈ ਹੈ, ਸਾਈਡ ਕਿੰਨੀ ਦਿੱਤੀ ਹੋਈ ਹੈ 8.3 ਸੈਂਟੀਮੀਟਰ। ਤੇ ਸਭ ਤੋਂ ਪਹਿਲਾਂ ਆਪਾਂ ਕੱਢਦੇ ਹਾਂ ਪੈਰੀਮੀਟਰ ਆਫ ਸਕੁਅਰ, ਵਰਗ ਦਾ ਪਰਿਮਾਪ। ਇਹ ਹੁੰਦਾ 4 ਗੁਣਾ ਭੁਜਾ 4 ਗੁਣਾ ਸਾਈਡ। ਤਾਂ 4 ਨੂੰ ਗੁਣਾ ਕਰ ਦਿਓ 8.3 ਨਾਲ, ਸੈਂਟੀਮੀਟਰ ਨਾਲ ਹੀ ਰੱਖਣਾ। ਹਾਂਜੀ, 4 ਨਾਲ ਜਦੋਂ ਗੁਣਾ ਕਰਾਂਗੇ 4 ਤੀਏ 12 ਹਸਲ 1, 8 ਚੌਕਾ 32 ਤੇ 1 33, 1 ਤੋਂ ਬਾਅਦ ਡੈਸੀਮਲ ਹੈ, ਆਪਣਾ ਵੀ ਉੱਤਰ 1 ਤੋਂ ਬਾਅਦ ਡੈਸੀਮਲ ਲਗਾ ਕੇ ਆ ਜਾਊਗਾ 33.2 ਸੈਂਟੀਮੀਟਰ। ਫਿਰ ਆਪਾਂ ਕੱਢਣਾ ਇਹਦਾ ਹੀ ਏਰੀਆ, ਏਰੀਆ ਆਫ ਸਕੁਅਰ, ਵਰਗ ਦਾ ਖੇਤਰਫਲ। ਤਾਂ ਫਾਰਮੂਲਾ ਸਾਈਡ ਮਲਟੀਪਲਾਈ ਬਾਏ ਸਾਈਡ। 8.3 ਨੂੰ ਮਲਟੀਪਲਾਈ ਕਰਨਾ ਆਪਾਂ 8.3 ਨਾਲ, ਯੂਨਿਟ ਕਿਹੜੀ ਲਾਣੀ ਹੈ ਸੈਂਟੀਮੀਟਰ ਦਾ ਸਕੁਅਰ। ਜਦੋਂ ਬੇਟਾ ਇਹਨੂੰ ਆਪਾਂ ਗੁਣਾ ਕਰਾਂਗੇ ਤਾਂ ਇਹ 83 ਨੂੰ 83 ਨਾਲ ਗੁਣਾ ਕਰਾਂਗੇ ਤਾਂ ਇਹ ਆਪਣਾ ਆਨਸਰ ਆਊਗਾ 6899। ਤਾਂ ਆਪਣੇ ਕੋਲ ਡੈਸੀਮਲ 2 ਅੱਖਰਾਂ ਬਾਅਦ ਹੈ, ਆਪਾਂ ਇੱਥੇ ਵੀ 2 ਅੱਖਰਾਂ ਬਾਅਦ ਡੈਸੀਮਲ ਪਾ ਦਾਂਗੇ, ਨਾਲ ਯੂਨਿਟ ਲਗਾਵਾਂਗੇ ਸੈਂਟੀਮੀਟਰ ਸਕੁਅਰ। ਮੇਨ ਗੱਲ ਬੇਟਾ ਯੂਨਿਟ ਲਗਾਣੀ ਨਹੀਂ ਭੁੱਲਣੀ। ਠੀਕ ਹੈ, ਜੇ ਪੈਰੀਮੀਟਰ ਹੈ ਤਾਂ ਸਿੰਗਲ ਵਾਰੀ ਲਿਖਣੀ ਹੈ, ਜੋ ਭੁਜਾ ਦੀ ਯੂਨਿਟ ਹੈ ਉਹੀ ਯੂਜ਼ ਕਰਨੀ ਹੈ। ਜਦੋਂ ਖੇਤਰਫਲ ਲਿਖਣਾ ਹੈ ਤਾਂ ਸੈਂਟੀਮੀਟਰ, ਮੀਟਰ, ਕਿਲੋਮੀਟਰ, ਮਿਲੀਮੀਟਰ, ਜੋ ਵੀ ਹੈ ਯੂਨਿਟ ਭੁਜਾ ਦੀ ਉਹਦੇ ਉੱਪਰ ਤੁਸੀਂ ਸਕੁਅਰ ਪਾਉਣਾ। ਠੀਕ ਹੈ ਬੇਟਾ, ਸੈਕਿੰਡ ਸਮ ਸਮਝ ਆ ਗਿਆ। ਥਰਡ ਸਮ 'ਤੇ ਚੱਲਦੇ ਹਾਂ। ਥਰਡ ਸਮ ਦੇਖੋ, ਦ ਪੈਰੀਮੀਟਰ ਆਫ ਸਕੁਅਰ ਪਾਰਕ ਇਜ਼ 148 ਮੀਟਰ।
ਤਾਂ ਪੈਰੀਮੀਟਰ ਪਹਿਲਾਂ ਹੀ ਦੇਤਾ ਉਹਨੇ, ਪਤਾ ਕੀ ਕਰਨਾ ਹੈ, ਫਾਈਂਡ ਇਟਸ ਏਰੀਆ। ਤਾਂ ਕਹਿੰਦੇ ਇੱਕ ਵਰਗਾਕਾਰ ਪਾਰਕ ਹੈ, ਗਾਰਡਨ ਹੈ, ਉਹਦਾ ਪਰਿਮਾਪ 148 ਮੀਟਰ ਹੈ, ਉਹਦਾ ਖੇਤਰਫਲ ਕੱਢੋ। ਜਿਹੜਾ ਕੁਝ ਦਿੱਤਾ ਹੋਇਆ ਪਹਿਲਾਂ ਆਪਾਂ ਉੱਥੋਂ ਸ਼ੁਰੂ ਕਰਾਂਗੇ। ਤੀਸਰਾ ਸਮ, ਪੈਰੀਮੀਟਰ ਆਫ ਸਕੇਅਰ ਪਾਰਕ ਕਿੰਨਾ ਦਿੱਤਾ ਹੋਇਆ, 148 ਮੀਟਰ। ਤਾਂ ਪੰਜਾਬੀ 'ਚ ਲਿਖੀਏ, ਵਰਗਾਕਾਰ ਪਾਰਕ ਜਾਂ ਬਾਗ ਦਾ ਪਰਿਮਾਪ। ਠੀਕ ਹੈ, ਤਾਂ ਆਪਾਂ ਏਰੀਆ ਕਿਵੇਂ ਕੱਢਾਂਗੇ ਜੀ, ਪਹਿਲਾਂ ਏਰੀਏ ਦਾ ਫਾਰਮੂਲਾ ਦਿਮਾਗ 'ਚ ਸੋਚੋ। ਉਹ ਹੁੰਦਾ ਭੁਜਾ ਗੁਣਾ ਭੁਜਾ। ਤਾਂ ਭੁਜਾ ਤਾਂ ਤੁਹਾਡੇ ਕੋਲ ਹੈ ਹੀ ਨਹੀਂ, ਸਾਈਡ ਤਾਂ ਤੁਹਾਡੇ ਕੋਲ ਹੈ ਹੀ ਨਹੀਂ। ਕਿਵੇਂ ਕੱਢਾਂਗੇ, ਪਹਿਲਾਂ ਸਾਈਡ ਜੋ ਦਿੱਤਾ ਹੋਇਆ ਉਸ ਨੂੰ ਵਰਤ ਕੇ, ਉਸ ਨੂੰ ਯੂਜ਼ ਕਰਕੇ। ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਪੈਰੀਮੀਟਰ ਹੁੰਦਾ ਸਕੇਅਰ ਦਾ ਉਹ ਹੁੰਦਾ 4 ਗੁਣਾ ਭੁਜਾ। ਤਾਂ ਤੁਸੀਂ ਪੰਜਾਬੀ 'ਚ ਇੱਥੇ ਭੁਜਾ ਲਿਖ ਲਿਓ। ਠੀਕ ਹੈ, ਤਾਂ ਆਪਾਂ ਹੁਣ ਸਾਈਡ ਕੱਢ ਸਕਦੇ ਹਾਂ, ਭੁਜਾ ਕੱਢ ਸਕਦੇ ਹਾਂ। ਕਿਵੇਂ, ਸਮੀਕਰਨਾਂ ਹੱਲ ਕਰਨੀਆਂ ਸਿੱਖੀਆਂ ਹੋਈਆਂ ਨੇ। ਜਿਹੜੇ 4 ਨਾਲ ਖੱਬੇ ਪਾਸੇ ਗੁਣਾ ਹੋ ਰਿਹਾ ਉਸੇ 4 ਨਾਲ ਸੱਜੇ ਪਾਸੇ ਜਾ ਕੇ ਡਿਵਾਈਡ ਹੋ ਜਾਣਾ। ਤਾਂ ਇਹਨੂੰ ਕਟਾ ਲਓ 4 ਦੇ ਪਹਾੜੇ 'ਤੇ, ਕੱਟਦਾ ਅਤੇ ਪੁਆਇੰਟਾਂ 'ਚ ਆਨਸਰ ਆਊਗਾ। ਤਾਂ ਪੁਆਇੰਟਾਂ 'ਚ ਕੱਢ ਲੈਂਦੇ ਹਾਂ ਕਿ ਪੂਰਾ ਪੂਰਾ ਕੱਟੂਗਾ, ਡਿਵਾਈਡ ਕਰਕੇ ਪਤਾ ਲੱਗ ਜੂਗਾ ਵੀ ਪੂਰਾ ਪੂਰਾ ਕੱਟਦਾ ਕਿ ਪੁਆਇੰਟਾਂ 'ਚ ਕੱਟਦਾ। ਤਾਂ 4 ਤੀਏ 12, 2 ਆ ਗਿਆ, ਉੱਪਰੋਂ ਕਿੰਨਾ ਤਾਰ ਲਿਆ 8, ਕਿੰਨੇ 'ਤੇ ਜਾਊਗਾ, ਲਓ ਜੀ ਪੁਆਇੰਟਾਂ 'ਚ ਆਇਆ ਹੀ ਨਹੀਂ, ਪੂਰਾ ਪੂਰਾ ਕੱਟ ਗਿਆ। ਆਪਣੇ ਕੋਲ ਕਿੰਨਾ ਆ ਗਈ ਸਾਈਡ, 37 ਮੀਟਰ। ਤਾਂ ਹੁਣ ਕੀ ਕੱਢਣਾ ਸੀ, ਏਰੀਆ, ਖੇਤਰਫਲ। ਤਾਂ ਏਰੀਆ ਆਫ ਸਕੇਅਰ ਕਿੰਨਾ ਹੋ ਗਿਆ, 37 ਗੁਣਾ 37 ਮੀਟਰ ਸਕੇਅਰ। 37 ਨੂੰ 37 ਨਾਲ ਆਪਾਂ ਗੁਣਾ ਕਰਕੇ ਦੇਖ ਲਓ ਕਿੰਨਾ ਉੱਤਰ ਆਉਂਦਾ। ਕਰੀਏ ਗੁਣਾ, 7 7 49, ਹਸਲ ਆਏ 4, 7 ਤੀਆ 21, 21 ਤੇ 4 25, 7 ਤੀਆ 21, ਹਸਲ 2, 3 ਤੀਆ 9 ਤੇ 2 11। ਤਾਂ ਇਹ ਆ ਰਿਹਾ ਬੇਟਾ 9 6 3 1 1369 ਮੀਟਰ ਸਕੇਅਰ। ਠੀਕ ਹੈ ਬੇਟਾ, ਕਲੀਅਰ ਹੋ ਗਿਆ ਥਰਡ ਸਮ। ਆਪਾਂ ਨੂੰ ਪੈਰੀਮੀਟਰ ਗਿਵਨ ਸੀ, ਏਰੀਆ ਕੱਢਣਾ ਸੀ। ਤਾਂ ਪਹਿਲਾਂ ਪਰਿਮਾਪ ਦਾ ਫਾਰਮੂਲਾ ਲਾ ਕੇ ਆਪਾਂ ਭੁਜਾ ਕੱਢੀ ਹੈ। ਜਦੋਂ ਭੁਜਾ ਆ ਗਈ ਫਿਰ ਆਪਾਂ ਖੇਤਰਫਲ ਕੱਢਿਆ। ਠੀਕ ਹੈ, ਤਾਂ ਇਹੋ ਜਿਹੇ ਸਵਾਲਾਂ ਦੇ ਵਿੱਚ ਬੇਟਾ ਇੰਨੀ ਕੁ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਸਾਰੇ ਸਮ ਨੂੰ ਸੋਲਵ ਕਰਕੇ ਦੇਖ ਲਓ। ਜਦੋਂ ਸੋਲਵ ਕਰਕੇ ਦੇਖ ਲਓਗੇ, ਆਪਣੇ ਹੱਥ ਨਾਲ ਪੈਨ ਨਾਲ ਕਾਪੀ 'ਤੇ ਹੱਲ ਕਰੋਗੇ, ਫਿਰ ਇਹ ਤੁਹਾਨੂੰ ਈਜ਼ੀ ਲੱਗਣਗੇ। ਅਗਲਾ ਸਵਾਲ ਦੇਖੋ, ਏਰੀਆ ਆਫ ਰੈਕਟੈਂਗਲ। ਤਾਂ ਹੁਣ ਇਹਨੇ ਆਪਾਂ ਨੂੰ ਆਇਤ ਦਾ ਖੇਤਰਫਲ ਪਹਿਲਾਂ ਹੀ ਦੇਤਾ। ਇਟਸ ਲੈਂਥ ਇਜ਼ 29 ਸੈਂਟੀਮੀਟਰ, ਲੰਬਾਈ ਵੀ ਪਹਿਲਾਂ ਹੀ ਦੇਤੀ। ਤਾਂ ਸਭ ਤੋਂ ਪਹਿਲਾਂ ਕੀ ਕੱਢਣਾ, ਕਹਿੰਦੇ ਬ੍ਰੈਡਥ ਕੱਢੋ, ਚੌੜਾਈ ਕੱਢੋ, ਫਿਰ ਉਸਦਾ ਪੈਰੀਮੀਟਰ ਵੀ ਕੱਢੋ, ਪਰਿਮਾਪ ਵੀ ਕੱਢੋ। ਤਾਂ ਜੋ ਬੇਟਾ ਪਹਿਲਾਂ ਗਿਵਨ ਹੈ ਉਹਨੂੰ ਲੈ ਕੇ ਚੱਲੋ। ਕੀ ਗਿਵਨ ਹੈ, ਚੌਥਾ ਸਮ ਕਰ ਰਹੇ ਹਾਂ, ਏਰੀਆ ਆਫ ਰੈਕਟੈਂਗਲ, ਆਇਤ ਦਾ ਖੇਤਰਫਲ ਕਿੰਨਾ ਦਿੱਤਾ ਹੋਇਆ, 580 ਸੈਂਟੀਮੀਟਰ ਸਕੇਅਰ। ਠੀਕ ਹੈ, ਤਾਂ ਹੁਣ ਇਹ ਹੁੰਦਾ ਕੀ ਹੈ, ਫਾਰਮੂਲਾ ਕੀ ਹੁੰਦਾ, ਲੈਂਥ ਮਲਟੀਪਲਾਈ ਬ੍ਰੈਡਥ। ਤਾਂ ਹੋਰ ਕੁਝ ਪਤਾ ਹੈ, ਯੈਸ ਲੈਂਥ ਪਤਾ ਸਾਨੂੰ, ਲੈਂਥ ਦੀ ਥਾਂ 'ਤੇ ਕਿੰਨਾ ਭਰ ਦਿਓ, 48 29, ਇਹ ਅਗਲੇ ਸਵਾਲ ਦਾ ਲਿਖਿਆ ਗਿਆ। ਲੈਂਥ ਕਿੰਨੀ ਹੈ, 29। ਤਾਂ ਸਮੀਕਰਨ ਨੂੰ ਹੱਲ ਕਰਨ ਮੁਤਾਬਕ ਆਪਾਂ ਕੀ ਕਰਾਂਗੇ, ਜੋ 29 ਹੈ ਉਹਨੇ 580 ਦੇ ਹੇਠਾਂ ਲਿਖੇ ਜਾਣਾ। 29 ਦਾ ਪਹਾੜਾ ਪੜ੍ਹਿਓ ਜਰਾ, 29 ਦੂਣਾ ਕਿੰਨਾ ਹੁੰਦਾ, 9 ਦੂਣੀ 18, ਹਸਲ 1, 2 ਦੂਣੀ 4 ਤੇ 1 5। ਲਓ ਜੀ ਬਣ ਗਈ ਗੱਲ, ਇਹ ਤਾਂ ਸਿੱਧਾ ਹੀ ਕੱਟ ਗਿਆ, ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਤਾਂ ਬ੍ਰੈਡਥ ਕਿੰਨੀ ਆ ਗਈ, 20 ਸੈਂਟੀਮੀਟਰ। ਬ੍ਰੈਡਥ ਕਿਹਾ ਸੀ ਅਤੇ ਅਗਲਾ ਕੀ ਕਿਹਾ ਸੀ, ਪੈਰੀਮੀਟਰ ਕੱਢੋ। ਤਾਂ ਪੈਰੀਮੀਟਰ ਯਾਨੀ ਕਿ ਪਰਿਮਾਪ ਵੀ ਕੱਢ ਦਿੰਦੇ ਹਾਂ। ਤਾਂ ਪਰਿਮਾਪ ਦਾ ਫਾਰਮੂਲਾ 2 ਗੁਣਾ ਲੰਬਾਈ ਜੋੜ ਚੌੜਾਈ, ਵੈਲਿਊਜ਼ ਭਰ ਦਿਓ। ਲੰਬਾਈ ਕਿੰਨੀ ਸੀ ਦਿੱਤੀ ਹੋਈ ਸੀ, ਚੌੜਾਈ ਕਿੰਨੀ ਹੈ 20, ਹੁਣੀ ਆਪਾਂ ਪਤਾ ਕੀਤੀ ਹੈ। ਤਾਂ ਇਹਦਾ ਆਨਸਰ ਆਊਗਾ ਬੇਟਾ 2 ਗੁਣਾ 49। 49 ਨੂੰ 2 ਨਾਲ ਜਦੋਂ ਗੁਣਾ ਕਰ ਦੋਗੇ ਇਹ ਆ ਜਾਊਗਾ 98 98 ਸੈਂਟੀਮੀਟਰ।
ਕਲੀਅਰ ਹੈ। ਦੇਖੋ ਸਾਰਾ ਸਮ ਤੁਹਾਡਾ ਇੱਕੋ ਹੀ ਸਕਰੀਨ ਤੇ ਹੋ ਗਿਆ। ਆਪਾਂ ਨੂੰ ਆਇਤ ਦਾ ਖੇਤਰਫਲ ਦਿੱਤਾ ਹੋਇਆ ਸੀ, ਲੰਬਾਈ ਦਿੱਤੀ ਹੋਈ ਸੀ। ਸਭ ਤੋਂ ਪਹਿਲਾਂ ਤੁਸੀਂ ਕੀ ਪਤਾ ਕੀਤੀ? ਚੌੜਾਈ। ਜਦੋਂ ਚੌੜਾਈ ਆ ਗਈ ਤਾਂ ਪੈਰੀਮੀਟਰ ਦੇ ਫਾਰਮੂਲੇ 'ਚ ਵੈਲਿਊ ਭਰ ਕੇ ਤੁਹਾਡੇ ਕੋਲ ਕੀ ਆ ਜਾਊਗਾ? ਪੈਰੀਮੀਟਰ ਆਫ ਰੈਕਟੈਂਗਲ। ਠੀਕ ਹੈ ਜੀ। ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ, 5th ਕੁਐਸਚਨ ਥੋੜਾ ਧਿਆਨ ਨਾਲ ਸਮਝਿਓ। ਠੀਕ ਹੈ। ਅ ਵਾਇਰ ਇਜ਼ ਇਨ ਦਾ ਸ਼ੇਪ ਆਫ ਰੈਕਟੈਂਗਲ। ਇੱਕ ਆਪਣੇ ਕੋਲੇ ਤਾਰ ਹੈ ਤੇ ਉਹ ਰੈਕਟੈਂਗਲ ਸ਼ੇਪ 'ਚ ਮੋੜੀ ਹੋਈ ਹੈ ਤੇ ਉਹਦੀ ਲੈਂਥ ਕਿੰਨੀ ਹੈ? 48 ਸੈਂਟੀਮੀਟਰ ਤੇ ਉਹਦੀ ਬ੍ਰੈਡਥ ਕਿੰਨੀ ਹੈ? 32 ਸੈਂਟੀਮੀਟਰ। ਇਫ ਦਾ ਸੇਮ ਵਾਇਰ ਇਜ਼ ਰੀਬੈਂਟ ਇਨਟੂ ਦਾ ਸ਼ੇਪ ਆਫ ਏ ਸਕੇਅਰ। ਤਾਂ ਹੁਣ ਕਹਿੰਦੇ ਇਹਨੂੰ ਤੋੜ ਲਿਆ, ਤਾਰ ਹੀ ਸੀਗੀ, ਤਾਰ ਮੋੜੀ ਹੋਈ ਸੀ ਤੇ ਇਹਨੂੰ ਉਹਨਾਂ ਨੇ ਸਕੇਅਰ ਦੇ ਰੂਪ 'ਚ ਫਿਰ ਦੁਬਾਰੇ ਮੋੜਤਾ। ਠੀਕ ਹੈ। ਤਾਂ ਵਟ ਵਿਲ ਬੀ ਦਾ ਮੈਜਰ ਆਫ ਈਚ ਸਾਈਡ। ਫਿਰ ਕਹਿੰਦੇ ਉਹ ਜਿਹੜਾ ਹੁਣ ਸਕੇਅਰ ਬਣ ਗਿਆ ਉਹਦੀ ਸਾਈਡ ਕੱਢੋ। ਆਲਸੋ ਫਾਈਂਡ ਵਿਚ ਸ਼ੇਪ ਐਨਕਲੋਜ਼ਿਜ਼ ਮੋਰ ਏਰੀਆ ਐਂਡ ਬਾਈ ਹਾਊ ਮਚ। ਨਾਲੇ ਕਹਿੰਦੇ ਇਹ ਵੀ ਪਤਾ ਕਰੋ ਕਿ ਦੋਨਾਂ ਦੇ ਵਿੱਚੋਂ ਕਿਹੜੀ ਸ਼ੇਪ ਦਾ ਏਰੀਆ ਵੱਡਾ ਹੈ, ਵੱਧ ਹੈ। ਥੋੜਾ ਲੰਬਾ ਸਵਾਲ ਹੈ ਪਰ ਸੌਖਾ ਹੈ। ਧਿਆਨ ਨਾਲ ਦੇਖੋ ਬੇਟਾ, ਜਦੋਂ ਤਾਰ ਤਾਂ ਆਪਣੇ ਕੋਲੇ ਇੱਕੋ ਹੀ ਹੈ, ਦੇਖੋ ਇੰਨੀ ਕੁ ਤਾਰ ਆ ਆਪਣੇ ਕੋਲੇ। ਜੇ ਇਹਨੂੰ ਆਪਾਂ ਇੱਕ ਵਾਰੀ ਆਇਤ ਮੋੜ ਦਾਂਗੇ, ਫਿਰ ਖੋਲ ਕੇ ਇਹਨੂੰ ਸਕੇਅਰ ਮੋੜ ਦਾਂਗੇ, ਇਹਨਾਂ ਦਾ ਕੀ ਸੇਮ ਹੋਊਗਾ? ਦੋਨਾਂ ਫਿਗਰਾਂ ਦਾ ਘੇਰਾ, ਪੈਰੀਮੀਟਰ ਸੇਮ ਹੋਊਗਾ। ਠੀਕ ਹੈ। ਆਊਟਰ ਬਾਉਂਡਰੀ ਸੇਮ ਤਾਰ ਹੈ ਨਾ, ਤਾਂ ਇਹਨਾਂ ਦਾ ਕੀ ਬਰਾਬਰ ਹੋਊਗਾ ਬੇਟਾ ਜੀ? ਪੈਰੀਮੀਟਰ। ਤਾਂ ਇੱਥੋਂ ਹੀ ਆਪਾਂ ਆਪਣਾ ਸਵਾਲ ਸ਼ੁਰੂ ਕਰ ਦੇਣਾ। ਕਿਹਦੇ ਵਿੱਚ ਕੋਈ ਚੀਜ਼ ਪਤਾ ਕਰਨੀ ਹੈ? ਵਰਗ ਦੇ ਵਿੱਚ। ਤਾਂ ਵਰਗ ਨੂੰ ਆਪਾਂ ਲੈਫਟ ਸਾਈਡ ਤੇ ਰੱਖੋ। ਵਰਗ ਦਾ ਪਰਿਮਾਪ ਬਰਾਬਰ ਆਇਤ ਦਾ ਪਰਿਮਾਪ। ਕਿਉਂ? ਕਿਉਂਕਿ ਇੱਕੋ ਤਾਰ ਨੂੰ ਪਹਿਲਾਂ ਆਇਤ ਫਿਰ ਵਰਗ ਦੇ ਰੂਪ ਵਿੱਚ ਮੋੜਿਆ ਗਿਆ। ਠੀਕ ਹੈ ਜੀ। ਇੰਗਲਿਸ਼ 'ਚ ਕੀ ਲਿਖੋਗੇ? ਬਿਕੋਜ਼ ਦਾ ਸੇਮ ਵਾਇਰ ਇਜ਼ bent into the shape of rectangle as well as square। ਵੀ ਸੇਮ ਵਾਇਰ ਸੀ, ਉਹਨੂੰ ਆਇਤ ਦੇ ਰੂਪ ਵਿੱਚ ਵੀ ਮੋੜਿਆ ਗਿਆ ਤੇ ਸਕੇਅਰ ਦੇ ਰੂਪ ਵਿੱਚ ਵੀ। ਇਸ ਕਰਕੇ ਵਰਗ ਦਾ ਪਰਿਮਾਪ ਕਿਹਦੇ ਬਰਾਬਰ ਹੈ? ਆਇਤ ਦੇ ਪਰਿਮਾਪ ਦੇ। ਦੇਖੋ ਇੰਨੀ ਗੱਲ ਨੂੰ ਪਹਿਲਾਂ ਲਿਖ ਲਓ ਕਾਪੀ ਤੇ, ਫਿਰ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ। ਹਾਂਜੀ, ਤਾਂ ਆਪਾਂ ਨੇ ਲਿਖਿਆ ਸੀ ਵਰਗ ਦਾ ਪਰਿਮਾਪ, ਉਹ ਕੀ ਹੁੰਦਾ ਹੈ? 4 ਗੁਣਾ ਭੁਜਾ। ਸਾਈਡ ਲਿਖ ਲਿਓ ਉਰੇ ਇੰਗਲਿਸ਼ ਮੀਡੀਅਮ ਵਾਲੇ। ਤੇ ਉਧਰ ਆਪਣੇ ਕੋਲੇ ਆਇਤ ਦਾ ਪਰਿਮਾਪ ਕੀ ਹੁੰਦਾ ਹੈ? 2 ਗੁਣਾ ਲੰਬਾਈ ਜੋੜ ਚੌੜਾਈ। ਤੇ ਤੁਹਾਨੂੰ ਜੋ ਜੋ ਪਤਾ ਇਹਦੇ ਵਿੱਚ ਫਾਰਮੂਲੇ ਦੇ ਵਿੱਚ ਸਾਰਾ ਕੁਝ ਭਰ ਦਿਓ। ਦੇਖੋ ਭੁਜਾ ਤਾਂ ਤੁਹਾਨੂੰ ਪਤਾ ਨਹੀਂ, ਲੰਬਾਈ ਤੁਹਾਨੂੰ ਪਤਾ ਹੈ ਕਿੰਨੀ ਹੈ? 48 ਸੈਂਟੀਮੀਟਰ ਤੇ ਬ੍ਰੈਡਥ ਵੀ ਤੁਹਾਨੂੰ ਪਤਾ ਹੈ 32 ਸੈਂਟੀਮੀਟਰ। ਹੁਣ ਇਹਨੂੰ ਆਪਾਂ ਨੇ ਜੋੜੋ ਪਹਿਲਾਂ 48 ਚ 32 ਨੂੰ। ਠੀਕ ਹੈ। ਫੇਰ ਕੀ ਕਰਨਾ ਹੈ? ਭੁਜਾ ਜਦੋਂ ਕੱਢਣੀ ਹੈ ਤਾਂ 4 ਨਾਲ ਗੁਣਾ ਹੋ ਰਿਹਾ ਲੈਫਟ ਤੇ, ਰਾਈਟ ਤੇ ਜਾ ਕੇ ਉਹਨੇ ਡਿਵਾਈਡ ਹੋ ਜਾਣਾ। ਪਹਿਲਾਂ 2 ਦੇ ਨਾਲ 4 ਨੂੰ ਕੱਟ ਲਓ, ਫਿਰ ਬਚੇ ਹੋਏ 2 ਦੇ ਨਾਲ 80 ਨੂੰ ਕੱਟ ਲਓ। ਤੁਹਾਡੇ ਕੋਲੇ ਵਰਗ ਦੀ ਭੁਜਾ ਕਿੰਨੀ ਆ ਗਈ? 40 ਸੈਂਟੀਮੀਟਰ। ਠੀਕ ਹੈ। ਤਾਂ ਹੁਣ ਆਪਾਂ ਦੁਬਾਰਾ ਇਸ ਫਿਗਰ ਨੂੰ ਬਣਾਉਂਦੇ ਹਾਂ। ਪਹਿਲਾਂ ਇੰਨੀ ਚੀਜ਼ ਨੂੰ ਆਪਣੀ ਕਾਪੀ ਤੇ ਨੋਟ ਕਰ ਲਓ। ਇਹਦੀ ਜਿਹੜੀ ਭੁਜਾ ਹੈ ਉਹ 40 ਸੈਂਟੀਮੀਟਰ ਆਈ ਹੈ ਤੇ ਜਿਹੜਾ ਆਇਤ ਸੀ ਉਹਦੀ ਲੰਬਾਈ 48 ਸੈਂਟੀਮੀਟਰ ਤੇ ਇਹਦੀ ਚੌੜਾਈ 32 ਸੈਂਟੀਮੀਟਰ ਸੀ। ਹੁਣ ਕੀ ਕੱਢਣਾ ਆਪਾਂ? ਮੈਜਰ ਆਫ ਈਚ ਸਾਈਡ ਤਾਂ ਪਤਾ ਕਰ ਲਿਆ ਨਾ, ਕਿੰਨਾ ਆਇਆ ਸੀ ਆਪਣੇ ਕੋਲੇ? 40 ਸੈਂਟੀਮੀਟਰ। ਹੁਣ ਕੀ ਕਿਹਾ ਉਹਨੇ? ਵਿਚ ਸ਼ੇਪ ਐਨਕਲੋਜ਼ਿਜ਼ ਮੋਰ ਏਰੀਆ। ਕਿਹੜੀ ਸ਼ੇਪ ਦਾ ਕਹਿੰਦੇ ਏਰੀਆ ਜ਼ਿਆਦਾ ਹੈ ਤੇ ਕਿੰਨਾ ਜ਼ਿਆਦਾ ਹੈ? ਤਾਂ ਉਹਦੇ ਲਈ ਪਹਿਲਾਂ ਆਪਾਂ ਨੂੰ ਇਹਨਾਂ ਦੇ ਖੇਤਰਫਲ ਕੱਢਣੇ ਪੈਣਗੇ। ਤਾਂ ਪਹਿਲਾਂ ਵਰਗ ਦਾ ਖੇਤਰਫਲ ਕੱਢੋ। ਏਰੀਆ ਆਫ ਸਕੇਅਰ ਫਾਰਮੂਲਾ ਹੁੰਦਾ ਹੈ ਸਾਈਡ ਮਲਟੀਪਲਾਈ ਬਾਏ ਸਾਈਡ। 40 ਗੁਣਾ 40 ਤਾਂ ਚੌਕਮ ਚੌਕੀ 16 ਨਾਲ 2 ਜ਼ੀਰੋਆਂ ਸੈਂਟੀਮੀਟਰ ਸਕੇਅਰ। ਹੁਣ ਆਪਾਂ ਕੱਢਣਾ ਹੈ ਆਇਤ ਦਾ ਖੇਤਰਫਲ।
एरिया ऑफ रिक्टेंगल लेंथ मल्टीप्लाई ब्रैडथ 48 गुणा 32 सेंटीमीटर स्केयर। तो 48 नूं पहलां 32 नाल गुणा करनी पऊगी आपां नूं। तो ये आ गई बेटा अपने कोले 6 9 13 हासल 1 1536 सेंटीमीटर स्केयर। तो किहदा एरिया ज़्यादा है? स्केयर का। ठीक है, तो वह एरिया ज़्यादा है, कितना ज़्यादा है आपां नूं डिवाइड हाँ माइनस करके पता चल जूगा। तो आप माइनस करते हैं इनू। एक मिनट इनू पहला कापी ते तार लो। ठीक है, फिर आप इस तो अगे चलते हैं। एक का 1600 आया सी, एक का 1536 आया सी। ये वर्ग का सी खेत्रफल, ये आयत का सी। तो आप की लिखांगे भी जिहड़ा स्केयर है एनक्लोजिज, ये शब्द वरतांगे मोर एरिया। वर्ग का खेत्रफल ज़्यादा है। कितना ज़्यादा है? इनू माइनस कर लो। 10 चो 6 गए 4, 9 चो 3 गए 6, 5 चो 5 गए 0, 1 चो 1 गए 0। तो इतने 64 सेंटीमीटर स्केयर ज़्यादा है। 64 सेंटीमीटर स्केयर ज़्यादा है। देखो तुहानू पंजवां क्वेश्चन समझ आ गया बिल्कुल अच्छी तरह नाल। काफ़ी लंबे लंबे सवाल ने, नाल दी नाल लिखी जाओ ताकि कोई चीज़ थोड़े तो मिस ना हो जाए। सारा सवाल तार लियो। ठीक है, तो ये सीगे बेटा तुहाडे 5 क्वेश्चन। आपां नैक्सट क्वेश्चन ते चलते हैं। हाँ जी बेटा, ये जिहड़ा 6वां सम है वो अपनी अज की वीडियो का लास्ट सम होगा। ठीक है, नहीं तो फिर वीडियो बहुत लंबी हो जूगी। 6th सम इन्हें कहा एरिया ऑफ स्केयर पार्क इज़ सेम एज दैट ऑफ रिक्टेंगुलर पार्क। एक थोड़े कोले वर्गाकार बाग है, एक आयताकार बाग है, तो कहने दोनों का की सेम है एरिया। इफ द साइड ऑफ स्केयर जी भुजा दी हुई है वर्ग की, वो देती लेंथ रिक्टेंगल वाले की देती। पता की करना है उसकी ब्रैडथ तो पैरीमीटर रिक्टेंगुलर पार्क का। ठीक है, दो चीज़ां आपां पुछिया गई ने। तो बेटा जो गिवन है उत्थों चलो। गिवन आपां की है दोनों के खेत्रफल बराबर ने, तो इत्थों ही आप अपना सम शुरू करो। देखो किहदे विच नहीं पता तुहानू, रिक्टेंगल दे विच नहीं पता की ब्रैडथ, तो उन्होंने आप लैफ्ट साइड पर रखो। एरिया ऑफ रिक्टेंगल इज़ इक्वल टू एरिया ऑफ स्केयर। तो एरिया ऑफ रिक्टेंगल की होंगे लेंथ मल्टीप्लाई ब्रैडथ। एरिया ऑफ स्केयर की होंगे साइड मल्टीप्लाई साइड। तो थोनों की पता है उन्होंने भरो। लेंथ कितनी है 125 मीटर, ब्रैडथ कितनी है डोंट नो, साइड कितनी है 75 मीटर। चलो जी समीकरण हल करिए फिर। ब्रैडथ कितनी हो जूगी 75 गुणा 75 बटे 125। तो 75 तो 125 कि पहाड़े ते आते हैं जल्दी दसो, 25 के पहाड़े ते है ना। 25 तिया 75, 25 पाँचा 125। हुण 5 दे नाल 75 नूं कटा लो। 1 पाँचा 5 5 5 25, 15 5 75 हुंदा। तो यदी ब्रैडथ कितनी आ गई बेटा 15 तो 3 ही बचे ने अपने को उपर, उन्होंने गुणा कर लो। 15 तिया 45 मीटर। तो 6वें सवाल दे विच ब्रैडथ जी सब तो पहली चीज़ उन्हें पूछी सी फाइंड द ब्रैडथ, तो कढ़ ली आप 45 मीटर। इनू फटाफट तार लो या स्क्रीन शॉट लै लो। ठीक है, ताकि आप इस तो अगला पार्ट करिएगा। इस तो अगला की है उन्हें पैरीमीटर पूछा रिक्टेंगल का। आयताकार बाग का परिमाप पैरीमीटर ऑफ रिक्टेंगुलर पार्क। सब तो पहला यस यू आर राइट फॉर्मूला लिखना है जो कि बहुत ज़्यादा ज़रूरी है। फिर उस वैल्यूज़ भरो। लेंथ 125 मीटर दी हुई सी। ब्रैडथ तुसी हुणी हुणी पता की है, देखो अपनी कापी ते कितनी लिखी है ब्रैडथ 45। जोड़ो इन्हों 125 च 45 जोड़ो 170। तो 2 नूं 170 ना गुणा कर दो, 17 दूना कितना होंदा है 34, नाल 0 लगा लो। तो 340 मीटर की आ गया रिक्टेंगुलर पार्क का पैरीमीटर। ठीक है बेटा, इन्ना सम समझ आ गए।
ਤਾਂ ਆਪਾਂ ਜਲਦੀ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ, ਜਿਹਦੇ ਵਿੱਚ ਆਪਾਂ 7 ਤੋਂ ਲੈ ਕੇ ਆਪਣੀ ਐਕਸਰਸਾਈਜ਼ ਕੰਪਲੀਟ ਕਰ ਲਾਂਗੇ, 7 ਕੁਐਸਚਨ ਤੋਂ ਕਰਨਾ ਸ਼ੁਰੂ ਕਰਕੇ। ਠੀਕ ਹੈ ਬੇਟਾ, ਆਪਣਾ ਧਿਆਨ ਰੱਖੋ। ਬਾਏ ਬੱਚੇ।